ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊਜ਼, ਪੰਜਾਬ ਦੀ ਧੜਕਣ। ਸਬਸਕ੍ਰਾਈਬ ਕਰਨ ਨਾਲ 24 ਪੰਜਾਬ ਨਿਊਜ਼ ਦੇ ਪੇਜ ਨੂੰ ਲਿਖੋ। ਜਿੱਥੇ ਆਮ ਪਾਰਟੀ ਹਲਕਾ ਇੰਚਾਰਜ ਗੁਰਦੀਪ ਸਿੰਘ ਮਾਨ ਵੱਲੋਂ ਨਾਭਾ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ, ਜਿੱਥੇ ਕਿ ਦੇਖਿਆ ਗਿਆ ਕਿ ਉਹ ਕੁਝ ਦਿਨ ਜਦੋਂ ਬਾਰਿਸ਼ ਪੈ ਰਹੀ ਹੈ ਉਸ ਦੇ ਨਾਲ ਕਈ ਕੁਆਂਟਲਾਂ ਦੇ ਟਨਾਂ ਦੇ ਹਿਸਾਬ ਨਾਲ ਕਣਕ ਖਰਾਬ ਹੋ ਰਹੀ ਹੈ, ਜੋ ਕਿ ਸਰਕਾਰ ਵੱਲੋਂ ਗਰੀਬ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਣੀ ਹੈ। ਜੋ ਕਿ ਦੇਖ ਕੇ ਉਹਨਾਂ ਵੱਲੋਂ ਹੈਰਾਨਗੀ ਪ੍ਰਗਟਾਈ ਕੀਤੀ ਗਈ। ਇਹ ਖਾਣਾ ਡੰਗਰਾਂ ਦੇ ਐਨੀਮਲ ਵਗੈਰਾ ਦੇ ਨਹੀਂ ਖਾਣ ਵਾਲੀ ਦੀ ਤਾਂ ਇਨਸਾਨ ਦੇ ਖਾਣ ਵਾਲੀ ਕਿੱਥੋਂ ਰਹੇਗੀ, ਜਿੱਥੇ ਕਿ ਫੋਰਨ ਦੇ ਵਿੱਚ ਬੜੇ ਦਾਅਵੇ ਕੀਤੇ ਜਾਣ, ਪਰ ਇੱਥੇ ਪੰਜਾਬ ਦੇ ਵਿੱਚ ਖੋਖਲੇ ਸਾਬਤ ਹੋ ਰਹੇ ਹਨ। ਰਿਪੋਰਟ ਕਰਮਜੀਤ ਸਿੰਘ ਦੇ ਨਾਲ ਨਾਭਾ ਤੋਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦੇਵ ਮਾਨ। ਇਸ ਵਕਤ ਮੈਂ ਨਾਭਾ ਦੀ ਦਾਣਾ ਮੰਡੀ ਜਿਹੜੀ ਹੈ, ਜਿਹਨੂੰ ਕੈਬਨਿਟ ਮੰਤਰੀ ਸਾਧੂ ਧਰਮਸੋਤ ਜੀ ਕਹਿੰਦੇ ਵੀ 에ਅਰਪੋਰਟ ਦਾ ਭੁਲੇਖਾ ਪੈਂਦਾ, ਮੈਂ ਉੱਥੋਂ ਆ। ਮੈਂ ਦੱਸ ਦਿਆਂ ਪੰਜਾਬੀਆਂ ਨੂੰ ਵੀ ਇਹ ਕਿਹੜੀ ਮੰਡੀ ਹੈ ਜੀ, ਮਸ਼ਹੂਰ ਕਰਤੀ ਉਹਨਾਂ ਨੇ। ਇਹਦੇ ਵਿੱਚ ਆਹ ਦੇਖੋ ਜੀ, ਪੰਜਾਬ ਸਰਕਾਰ ਵੱਲੋਂ ਜਿਹੜੀ ਕਣਕ ਖਰੀਦੀ ਜਾਂਦੀ ਹੈ ਜੀ 2019-20 ਆ ਦੇਖੋ ਜੀ, ਆ ਫਸਲ ਕਣਕ, ਠੀਕ ਹੈ ਜੀ। ਆਹ ਸਾਰਾ ਕੁਝ ਲਿਖਿਆ ਪੰਜਾਬ ਸਰਕਾਰ ਦਾ ਥੱਲਾ। ਇਹ ਆਹ ਲੱਖਾਂ ਦੀ ਤਾਦਾਦ ਦੇ ਵਿੱਚ ਬੋਰੀਆਂ ਇੱਥੇ ਪਈਆਂ ਨੇ ਜੀ। ਆ ਦੇਖੋ, ਆਹ ਘੁਮਾਓ ਕੈਮਰਾ ਜੀ ਸਾਰੇ ਕਿਤੇ। ਆ ਦੇਖੋ ਜਿੰਨੀ ਇੱਥੇ ਕਣਕ ਪਈ ਹੈ ਜੀ, ਇਹ ਸਾਰੀ ਪੰਜਾਬ ਸਰਕਾਰ ਵੱਲੋਂ। ਇਹ ਉਹ ਕਣਕ ਹੈ ਜਿਹੜੀ ਗਰੀਬ ਲੋਕਾਂ ਦੇ ਘਰਾਂ ਦੇ ਵਿੱਚ 2-2 ਰੁਪਏ ਕਿਲੋ ਇਹ ਦਿੰਦੇ ਨੇ। ਜਾਣੀ ਕਿ ਗਰੀਬ ਦੀ ਜ਼ਿੰਦਗੀ ਦਾ ਐਡਾ ਵੱਡਾ ਖਿਲਵਾੜ ਇਹ ਕਰ ਰਹੇ ਆ ਜੀ। ਇਹਦੇ ਉੱਪਰ ਕਈ ਮੀਂਹ ਪੈ ਗਏ ਜੀ, ਔਰ ਹੁਣ ਇਹ ਅੰਦਰ ਲਾਈ ਹੈ ਜੀ ਸ਼ੈੱਡ ਥੱਲੇ, ਕਿਉਂਕਿ ਪਹਿਲਾਂ ਸ਼ੈੱਡ ਥੱਲੇ ਜਗ੍ਹਾ ਨਹੀਂ ਸੀਗੀ। ਹੁਣ ਇਹ ਸ਼ੈੱਡ ਥੱਲੇ ਲਾਈ ਹੈ ਜੀ, ਔਰ ਇਹ ਕਣਕ ਜਿਹੜੀ ਹੈ ਜੀ ਉਹ ਖਾਣ ਦੇ ਕਾਬਿਲ ਨਹੀਂ ਹੈ ਜੀ, ਮੁਸ਼ਕ ਮਾਰ ਰਹੀ ਹੈ ਇਹਦੇ ਵਿੱਚੋਂ। ਹੁਣ ਤੁਸੀਂ ਆਪ ਦੇਖੋ ਕਿ ਅਗਰ ਮਹੀਨਾ-2 ਮਹੀਨੇ ਪਹਿਲਾਂ ਦੀ ਇਹ ਕਣਕ ਦੇ ਵਿੱਚ ਹੁਣ ਮੁਸ਼ਕ ਮਾਰ ਰਹੀ ਆ, ਸਾਲ ਬਾਅਦ। ਆ ਦੇਖੋ ਉੱਪਰ ਗੋਹਾ ਕੀਤਾ ਪਿਆ ਜੀ। ਆ ਦੇਖੋ ਜੀ, ਆ ਜਾਨਵਰਾਂ ਨੇ, ਆ ਦੇਖੋ, ਆ ਉੱਪਰ ਆ ਗੋਹਾ ਜੀ। ਆ ਦੇਖੋ, ਆ ਬੁਰਾ ਹਾਲ ਹੈ ਜੀ। ਇਹ ਦੇਖੋ ਕਿਵੇਂ ਘੱਟਾ ਪੈ ਰਿਹਾ, ਮਿੱਟੀ ਪੈ ਰਹੀ ਹੈ ਜੀ। ਆ ਥੱਲੇ ਫਟੇ ਪਏ ਨੇ ਜੀ। ਆ ਦੇਖੋ, ਆ ਦੇਖੋ ਜੀ, ਆ ਦੇਖੋ ਥੱਲੇ ਫਟੇ ਪਏ ਨੇ। ਆ ਦੇਖੋ, ਔਰ ਇੱਕ ਤਾਂ ਪਹਿਲਾਂ ਹੀ ਜੀ ਆ ਬੁਰਾ ਹਾਲ। ਆ ਦੇਖੋ ਜੀ ਕਿਵੇਂ ਗੰਦ ਪਿਆ ਹੈ ਜੀ। ਇਹ ਉਹ ਕਣਕ ਆ ਜਿਹੜੀ ਗਰੀਬ ਘਰਾਂ ਦੇ ਵਿੱਚ ਜਾਊਗੀ ਜੀ, ਔਰ ਪੰਜਾਬ ਸਰਕਾਰ ਕਹੂਗੀ ਵੈਸੇ ਤੁਹਾਨੂੰ ਕਣਕ ਦੇ ਰਹੇ ਹਾਂ, ਤੇ ਆ ਦੇਖ ਲਓ ਤੁਹਾਡਾ ਕਿੰਨਾ ਫਾਇਦਾ ਕਰ ਰਹੇ ਹਾਂ। ਹੁਣ ਤੁਸੀਂ ਦੇਖੋ ਵੀਰੋ, ਆ ਕਿੰਨੀਆਂ ਢਿੰਗਾਂ ਉੱਧਰ ਵੀ ਲੱਗੀਆਂ, ਬਾਹਰਲੇ ਪਾਸੇ ਤਰਪਾਲ ਪਾ ਕੇ ਕਵਰ ਕੀਤੀਆਂ ਹੋਈਆਂ ਨੇ ਜੀ ਬੋਰੀਆਂ। ਔਰ ਇਹ ਪੰਜਾਬ ਸਰਕਾਰ ਦੀ ਇੱਥੇ ਕੋਈ ਟੀਮ ਨਹੀਂ ਪਹੁੰਚੀ ਜੀ, ਇਹਨੂੰ ਚੱਕਣ ਦਾ ਕੋਈ ਪ੍ਰਬੰਧ ਨਹੀਂ। ਆਪਸ ਦੇ ਵਿੱਚ ਲੜ ਰਹੇ ਆ, ਟਵੀਟੀ ਹੋ ਰਹੇ ਆ। ਇਹਨਾਂ ਦੇ ਕੈਬਨਿਟ ਮੰਤਰੀ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਕਿੱਥੇ ਬੈਠੇ ਨੇ ਜੀ, ਉਹ ਤਾਂ ਆਉਂਦੇ ਨਹੀਂ ਪੰਜਾਬ ਦੇ ਵਿੱਚ। ਇਹਨਾਂ ਦੇ ਕੈਬਨਿਟ ਮੰਤਰੀਆਂ ਦੀ ਆਪਸ ਦੇ ਵਿੱਚ ਬਣਦੀ ਨਹੀਂ। ਸਰਕਾਰ ਦਾ ਜਲੂਸ ਨਿਕਲਿਆ ਪਿਆ ਜੀ। ਔਰ ਇਹ ਇਕੱਲੀ ਇੱਕ ਦਾਣਾ ਮੰਡੀ ਨਾਭਾ ਦੀ ਗੱਲ ਨਹੀਂ ਜੀ, ਇਹ ਪੂਰੇ ਪੰਜਾਬ ਦੀਆਂ ਦਾਣਾ ਮੰਡੀਆਂ ਦੇ ਵਿੱਚ ਇਹ ਸਿਚੁਏਸ਼ਨ ਜਿਹੜੀ ਹੈ ਲਗਾਤਾਰ ਬਣੀ ਹੋਈ ਹੈ। ਬੋਰੀਆਂ ਪਈਆਂ ਨੇ ਜੀ ਪੰਜਾਬ ਸਰਕਾਰ ਦੀਆਂ, ਕੋਈ ਨਹੀਂ ਚੱਕ ਰਿਹਾ, ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ, ਕੋਈ ਕੁਛ ਕਰਨ ਨੂੰ ਤਿਆਰ ਨਹੀਂ। ਇੱਕ ਜਿਹੜੀ ਮਾਰਕਫੈਡ ਦੀ ਮੈਨੂੰ ਇੱਕ ਫੋਨ ਆਇਆ ਜੀ ਕਿਸੇ ਵੀਰ ਦਾ। ਮਾਰਕਫੈਡ ਦੀ ਜਿਹੜੀ ਲਾਸਟ ਪੇਮੈਂਟ ਹੈ ਜੀ, ਉਹ ਮਈ 9 ਨੂੰ ਆਈ ਸੀਗੀ। ਉਸ ਤੋਂ ਬਾਅਦ ਮਾਰਕਫੈਡ ਵੱਲੋਂ ਕੋਈ ਪੇਮੈਂਟ ਨਹੀਂ ਜਾਰੀ ਕੀਤੀ ਗਈ ਜੀ। ਜਿਹੜਾ ਵਿਚੋਲਾ ਜੀ ਵਿੱਚ, ਯਾਨੀ ਕਿ ਆੜਤੀਆ ਤੇ ਸਰਕਾਰ ਦੇ ਵਿੱਚ ਜਿਹੜਾ ਵਿਚੋਲਾ, ਉਹਨਾਂ ਦਾ ਕਈ 100 ਕਰੋੜ ਰੁਪਈਆ ਜਿਹੜਾ ਪਿਛਲੇ ਸਾਲ ਦਾ ਪੈਂਡਿੰਗ ਪਿਆ ਜੀ, ਸਰਕਾਰ ਨੇ ਉਹ ਨਹੀਂ ਦਿੱਤਾ। ਔਰ ਮਾਰਕਫੈਡ ਜਿਹੜੀ ਜੀ ਕੋਈ ਪੇਮੈਂਟ ਨਹੀਂ ਕਰ ਰਹੀ। ਸਾਰਾ ਸਿਸਟਮ ਅਪਸੈਟ ਹੋਇਆ ਪਿਆ ਜੀ। ਹੁਣ ਵੀਰੋ ਤੁਸੀਂ ਆਪ ਫੈਸਲਾ ਕਰੋ ਕਿ ਕੀ ਹੋ ਰਿਹਾ ਪੰਜਾਬ ਦੇ ਵਿੱਚ। ਇਹ ਖੇਤੀ ਪ੍ਰਧਾਨ ਸਟੇਟ, ਇਹ ਖੇਤੀ ਪੈਦਾ ਕਰਨ ਵਾਲਾ ਇੱਕ ਇਹ ਪ੍ਰਾਂਤ, ਜਿਹੜਾ ਪੰਜਾਬ ਦਾ ਜ਼ਿਕਰ ਹੁੰਦਾ ਸੀਗਾ ਕਿ ਹਿੰਦੁਸਤਾਨ ਦਾ ਦਿਲ ਹੈ ਜੀ, ਔਰ ਹਿੰਦੁਸਤਾਨ ਲਈ ਅੰਨਦਾਤਾ। ਉਹ ਅੰਨਦਾਤੇ ਦਾ ਹਾਲ ਦੇਖੋ ਕੀ ਕੀਤਾ ਪਿਆ ਜੀ। ਕਿਸਾਨ ਨੇ ਫਸਲ ਪੈਦਾ ਕੀਤੀ, ਇੱਥੇ ਖਰੀਦ ਲਈ ਗਈ ਹੈ ਜੀ, ਕਿਸਾਨਾਂ ਤੱਕ ਪੈਸੇ ਨਹੀਂ ਪਹੁੰਚਦੇ, ਆੜ੍ਹਤੀਆਂ ਤੱਕ ਪੈਸੇ ਨਹੀਂ ਪਹੁੰਚਦੇ। ਔਰ ਜਿਹੜੀ ਇਹ ਜਿਹੜੀ ਜਾਣੀ ਹੈ ਗਰੀਬ ਘਰਾਂ ਦੇ ਵਿੱਚ, ਇਹਦੇ ਵਿੱਚ ਵੀ ਤੁਸੀਂ ਦੇਖ ਲਓ ਸਾਫ਼ ਸਫਾਈ ਕਿੰਨੀ ਹੈ ਜੀ, ਔਰ ਕੀ ਹਾਲ ਹੈ ਇਹਦਾ, ਕਿਵੇਂ ਦਾ ਹਾਲ ਹੋਇਆ ਪਿਆ ਜੀ। ਉੱਪਰ ਮੇਰਾ ਮੰਨਣਾ ਹੈ ਕਿ ਮੇਰਾ ਖਿਆਲ ਹੈ ਵੀ ਇਹਦੇ ਉੱਪਰ ਘੱਟੋ ਘੱਟ 5-6 ਮੀਂਹ ਤਾਂ ਪੈ ਗਿਆ ਜੀ। ਆ ਦੇਖੋ ਜੀ, 에ਅਰਪੋਰਟ ਦਾ ਭੁਲੇਖਾ ਪੈ ਰਿਹਾ ਜੀ। ਆ ਦੇਖੋ ਜੀ, ਇਹ ਟੀਨ ਟੁੱਟੇ ਹੋਏ ਨੇ ਜੀ ਵਿੱਚੋਂ। ਆ ਦਿਖਾਓ ਜੀ, ਇਹ ਉਹ ਹੈ ਜੀ ਦਾਣਾ ਮੰਡੀ, ਜਿਹਨੂੰ ਮੰਤਰੀ ਸਾਹਿਬ ਕਹਿੰਦੇ ਜੀ ਮੈਂ 에ਅਰਪੋਰਟ ਵਰਗਾ ਬਣਾਤਾ। 에ਅਰਪੋਰਟ ਦਾ ਭੁਲੇਖਾ ਪੈਂਦਾ ਜੀ। ਥੱਲੇ ਦੇਖੋ ਜੀ, ਆ ਦੇਖੋ ਕਿਵੇਂ ਗੰਦ ਪਿਆ ਜੀ। ਕੋਈ ਸਫਾਈ ਨਹੀਂ ਇੱਥੇ। ਜਿਹਦੇ ਕੋਲ ਠੇਕਾ ਨਾ ਜੀ ਇੱਥੇ ਫੂਸ ਦਾ, ਉਹ ਕਹਿੰਦੇ ਵੀ ਅਸੀਂ ਬਦਮਾਸ਼ੀਆਂ ਕਰਦਾ ਸੀ। ਗਰੀਬ ਲੋਕ ਜਿਹੜੇ ਫੂਸਪਾਤ ਲੇਡੀਜ਼ ਇਕੱਠੀਆਂ ਕਰਨ ਆਉਂਦੇ ਨੇ, ਉਹਨਾਂ ਨੂੰ ਧਮਕਾਉਂਦਾ ਸੀਗਾ, ਉਹਨਾਂ ਤੋਂ ਜ਼ਬਰਦਸਤੀ ਉਹ ਖੋਹ ਲੈਂਦਾ ਸੀਗਾ। ਇੱਦਾਂ ਦੀ ਵੀ ਮੇਰੇ ਕੋਲ ਰਿਪੋਰਟ ਆਈ ਹੈ ਜੀ। ਆ ਦੇਖੋ ਸਾਰਾ ਬੁਰਾ ਹਾਲ ਹੋਇਆ ਪਿਆ ਜੀ ਮੰਡੀ ਦਾ। ਕਿਸੇ ਪਾਸੇ ਤੁਹਾਨੂੰ ਮੰਡੀ ਲੱਗਦੀ ਹੈ ਜੀ। ਮੇਰਾ ਸਵਾਲ ਹੈ ਹੁਣ ਮੰਤਰੀ ਸਾਹਿਬ ਨੂੰ, ਕਿਉਂਕਿ ਉਹ ਇੱਥੋਂ ਲੀਡ ਕਰ ਰਹੇ ਨੇ ਨਾਭੇ ਦੇ ਵਿੱਚੋਂ, MLA ਨੇ, ਇੱਥੋਂ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ। ਹੁਣ ਤੁਸੀਂ ਆਪ ਦੱਸੋ ਜੀ ਕਿ ਜੀ ਇਹ ਗਰਾਊਂਡ ਲੈਵਲ ਦੀ ਰਿਪੋਰਟ ਗਲਤ ਹੈ, ਜਾਂ ਕਿ ਤੁਸੀਂ ਸੱਚੇ ਹੋ, ਜਾਂ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਜੀ? ਠੀਕ ਹੈ ਜੀ। ਔਰ ਇਹ ਜਿਹੜੀ ਸਮੱਸਿਆ ਜੀ, ਇਹ ਬਹੁਤ ਗੰਭੀਰ ਸਮੱਸਿਆ। ਜਿਹੜਾ ਅਨਾਜ ਸਾਡੇ ਗਰੀਬ ਘਰਾਂ ਦੇ ਮੂੰਹ ਦੇ ਵਿੱਚ ਪੈਣਾ, ਗਰੀਬ ਪਰਿਵਾਰਾਂ ਦੇ ਮੂੰਹ ਦੇ ਵਿੱਚ ਪੈਣਾ, ਉਹਦੀ ਹਾਲਤ ਕੀ ਹੋਈ ਪਈ ਹੈ ਜੀ? ਕਿ ਇਹ ਖਾਣ ਦੇ ਕਾਬਿਲ ਹੈ? ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ, ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ।
ਪਰ ਪੰਜਾਬ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ, ਨਾ ਇਹਨਾਂ ਦਾ ਕੋਈ ਮੁੱਖ ਮੰਤਰੀ, ਨਾ ਕੋਈ ਇਹਨਾਂ ਦਾ ਮੰਤਰੀ, ਨਾ ਕੋਈ ਐਮਐਲਏ, ਨਾ ਇੱਥੋਂ ਦਾ ਕੋਈ ਜ਼ਿੰਮੇਵਾਰ ਬੰਦਾ, ਮਾਰਕੀਟ ਕਮੇਟੀ, ਕੁਛ ਨਹੀਂ ਜੀ। ਇੱਥੇ ਸਾਰਾ ਸਿਸਟਮ ਮੈਸਅਪ ਹੋਇਆ ਪਿਆ, ਬਹੁਤ ਬੁਰੇ ਤਰੀਕੇ ਨਾਲ ਇਨਸਾਨੀਅਤ ਦਾ ਘਾਣ ਹੋ ਰਿਹਾ। ਇਹ ਘਾਣ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਆਮ ਆਦਮੀ ਪਾਰਟੀ ਇਹਦੀ ਘੋਰ ਨਿੰਦਿਆ ਕਰਦੀ ਹੈ ਜੀ। ਔਰ ਹੁਣ ਤੱਕ 73 ਸਾਲ ਹੋ ਗਏ ਹਿੰਦੁਸਤਾਨ ਆਜ਼ਾਦ ਹੋਇਆ ਨੂੰ। ਮੇਰਾ ਬਹੁਤ ਵੱਡਾ ਸਵਾਲ ਆ ਸਰਕਾਰਾਂ ਤੇ, 73 ਸਾਲਾਂ ਦੇ ਵਿੱਚ ਹਲੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਬਾਰਦਾਨਾ ਕਿੰਨਾ ਲੱਗਣਾ ਜੀ। ਐਤਕੀ ਬਾਰਦਾਨੇ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ। ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਜੀ ਲਿਫਟਿੰਗ ਕਿਵੇਂ ਕਰਾਉਣੀ ਹੈ ਜੀ। ਹਲੇ ਤੱਕ ਇਹ ਵੀ ਨਹੀਂ ਹਿਸਾਬ ਆਇਆ ਇਹਨਾਂ ਨੂੰ। ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਜਿਹੜੀ ਕਣਕ ਗਰੀਬਾਂ ਨੂੰ ਦੇਣੀ ਆ ਉਹ ਚੁਕਾ ਕੇ ਰੱਖਣੀ ਕਿੱਥੇ, ਕਿਉਂਕਿ ਜਗ੍ਹਾ ਹੈ ਨਹੀਂ ਜੀ। ਔਰ ਗਰੀਬ ਇੱਥੇ ਤਰ੍ਹਾਂ ਕਰ ਰਹੇ ਆ। ਅਸੀਂ ਵੀ ਰਾਸ਼ਨ ਦੀ ਸੇਵਾ ਕਰਦੇ ਹਾਂ, ਲੰਗਰ ਵੀ ਪਹਿਲਾਂ ਲਾਇਆ ਸੀਗਾ, ਉਹਨਾਂ ਕੋਲੇ ਖਾਣ ਨੂੰ ਰੋਟੀ ਨਹੀਂ। ਔਰ ਪੰਜਾਬ ਸਰਕਾਰ ਦੇ ਵਿੱਚ ਜਿਹੜਾ ਪਹਿਲਾ ਅਨਾਜ ਪਿਆ ਜੀ ਉਹ ਵੀ ਸੜ ਰਿਹਾ। ਜਿਹੜਾ ਹੁਣੇ ਇਹ ਅਨਾਜ ਜਿਹੜਾ ਜੀ 2020 ਦਾ ਜੀ, ਆ ਹੁਣ ਦੀ ਫਸਲ ਦਾ, ਇਹਦਾ ਹਾਲ ਦੇਖੋ ਕੀ ਹੋਇਆ ਪਿਆ ਜੀ। ਇਹਦਾ ਕੀ ਕਾਰਨ ਹੈ ਮਾਨ ਸਾਹਿਬ, ਲਿਫਟਿੰਗ ਕਿਉਂ ਨਹੀਂ ਹੋਈ? ਇਹ ਕੀ ਚੱਕਰ? ਦੇਖੋ ਸਰ, ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਹੋਵੇ ਨਾ ਜੀ। ਲਿਫਟਿੰਗ ਤੁਸੀਂ ਪ੍ਰਾਈਵੇਟ ਤੋਂ ਕਰਾਉਂਦੇ ਹੋ, ਕੋਈ ਕਿਸੇ ਨਾਲ ਠੇਕੇਦਾਰੀ ਦੇ ਕੰਮ ਜਿਹੜਾ ਕਰਦਾ ਉਹ ਤੋਂ ਕਰਾਉਂਦੇ ਹੋ, ਕਿਵੇਂ ਤੁਸੀਂ ਕਰਾਉਂਦੇ ਹੋ? ਇਹਦਾ ਇੱਕ ਸਿਸਟਮੈਟਿਕਲੀ ਹੋਣਾ ਚਾਹੀਦਾ। ਸਰਕਾਰ ਦੱਸੇ ਕਿ ਜੀ ਕਿੰਨੀ ਕਣਕ ਆਈ ਸੀ, ਕਿੰਨੀ ਚੱਕੀ ਗਈ, ਕਿੰਨੀ ਰਹਿ ਗਈ ਜੀ। ਕੋਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਜੀ। ਕੁਛ ਨਹੀਂ ਦੱਸਦਾ ਜੀ ਬੰਦਾ ਕੋਈ ਵੀ ਕਿ ਮੰਡੀ ਦੀ ਇੱਥੋਂ ਦੀ ਨਾਭਾ ਦੀ ਅਪਡੇਟ ਕੀ ਹੈ ਜੀ। ਇਹਦੇ ਵਿੱਚ ਕਿੰਨਾ ਅਨਾਜ ਆਇਆ, ਕਿੰਨਾ ਚੱਕਿਆ ਗਿਆ, ਕਿੰਨਾ ਇੱਥੇ ਬਾਕੀ ਹੈ ਜੀ। ਰਿਕਾਰਡ ਪੁੱਛ ਲਓ ਦਫ਼ਤਰ ਜਾ ਕੇ ਜੀ, ਕੋਈ ਜਵਾਬ ਦੇਣ ਨੂੰ ਤਿਆਰ ਨਹੀਂ। ਸੋ ਇਹ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ ਜੀ। ਗਰਾਊਂਡ ਲੈਵਲ ਤੇ ਲੋਕ ਅੱਗੇ ਹੀ ਦੁਖੀ ਨੇ ਜੀ, ਔਰ ਉੱਪਰੋਂ ਸਰਕਾਰਾਂ ਜਿਹੜੀਆਂ ਨੇ ਉਹ ਇਹ ਖਿਲਵਾੜ ਕਰ ਰਹੀਆਂ ਨੇ। ਆਪਣੀ ਸਰਕਾਰ ਆਉਣ ਤੇ ਕਿਹੋ ਜਿਹੇ ਉਪਰਾਲੇ ਤੁਹਾਡੇ ਵੱਲੋਂ ਕੀਤੇ ਜਾਣਗੇ? ਸਰ, ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੇ 2022 ਚ ਆਮ ਪਾਰਟੀ ਸਰਕਾਰ ਬਣੇ ਜੀ। ਇਹਨਾਂ ਨੂੰ ਦੱਸਾਂਗੇ ਕਿ ਜੀ ਕਿਸਾਨ ਦੀ ਇੱਜ਼ਤ ਕਿਵੇਂ ਕਰਨੀ ਹੈ, ਕਿਸਾਨ ਦੀ ਫਸਲ ਦੀ ਇੱਜ਼ਤ ਕਿਵੇਂ ਕਰਨੀ ਹੈ, ਦੁਕਾਨਦਾਰ ਦੀ ਇੱਜ਼ਤ ਕਿਵੇਂ ਕਰਨੀ ਹੈ, ਗਰੀਬ ਦੀ ਇੱਜ਼ਤ ਕਿਵੇਂ ਕਰਨੀ ਹੈ, ਕਿਵੇਂ ਰੁਜ਼ਗਾਰ ਦੇਣੇ ਨੇ, ਕਿਵੇਂ ਸੜਕਾਂ ਬਣਾਉਣੇ ਨੇ, ਕਿਵੇਂ ਵਾਤਾਵਰਨ ਨੂੰ ਮੇਨਟੇਨ ਕਰਨਾ, ਕਿਵੇਂ ਵਾਤਾਵਰਨ ਵਧੀਆ ਬਣਾਉਣਾ ਜੀ, ਕਿਵੇਂ ਕਰਪਸ਼ਨ ਖਤਮ ਕਰਨੀ ਹੈ, ਕਿਵੇਂ ਪੰਜਾਬ ਦੇ ਵਿੱਚ ਇੰਡਸਟਰੀ ਲੈ ਕੇ ਆਉਣੀ ਹੈ, ਸਾਰਾ ਕੁਝ ਦੱਸਾਂਗੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਤੀਸਰੀ ਵਾਰ ਪ੍ਰਚੰਡ ਬਹੁਮਤ ਲੈ ਕੇ ਮੁੱਖ ਮੰਤਰੀ ਬਣੇ ਆ। ਉਹਨਾਂ ਨੇ ਦੱਸਤਾ ਕਿ ਜੇ ਤੁਸੀਂ ਕੰਮ ਕਰੋਗੇ ਤਾਂ ਲੋਕ ਤੁਹਾਡੇ ਸਿਰ ਤੇ ਤਾਸ ਸਜਾਉਣਗੇ। ਹੁਣ ਕਾਂਗਰਸ ਨੇ ਕੋਈ ਕੰਮ ਨਹੀਂ ਕੀਤਾ ਜੀ। ਅੱਗੇ ਤਾਂ ਦੋ ਸੀਗੇ, ਕਦੇ ਅਕਾਲੀ ਕਦੇ ਕਾਂਗਰਸੀ, ਕਦੇ ਅਕਾਲੀ ਕਦੇ ਕਾਂਗਰਸੀ। ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਵਕਤ ਪਾਇਆ ਪਿਆ ਜੀ ਇਹਨਾਂ ਨੂੰ, ਕਿਉਂਕਿ ਅਸੀਂ ਤਾਂ ਪੁਆਇੰਟ 0 ਤੇ ਗਰਾਊਂਡ 0 ਤੇ ਅਸੀਂ ਰਿਪੋਰਟ ਸਾਰੀ ਜਿਹੜੀ ਦਿਖਾਉਂਦੇ ਆ। ਇਹ ਰਿਪੋਰਟ ਜਿਹੜੀ ਹੈ ਜੀ, ਇਹ ਉਹ ਰਿਪੋਰਟ ਹੈ ਜਿਹੜੀ ਕੋਈ ਨਹੀਂ ਦਿਖਾਉਂਦਾ ਜੀ। ਕਿਉਂਕਿ ਮੈਂ ਧੰਨਵਾਦ ਕਰਦਾ ਜਿਸ ਵੀਰ ਨੇ ਸੋਸ਼ਲ ਮੀਡੀਆ ਬਣਾਇਆ, ਫੇਸਬੁੱਕ ਬਣਾਈ, ਟਵਿੱਟਰ ਬਣਾਇਆ, ਵਟਸਐਪ ਗਰੁੱਪ ਬਣਾਇਆ, ਜਿੱਥੇ ਸਾਰੀਆਂ ਰਿਪੋਰਟਾਂ ਜਾਰੀਆਂ ਜਾਂਦੀਆਂ ਨੇ। ਇੱਕ ਵੀਡੀਓ ਮੈਂ ਸ਼ੇਅਰ ਵੀ ਕੀਤੀ ਸੀਗੀ। ਇਹ ਜਿਹੜਾ ਗਰੀਬ ਪਰਿਵਾਰਾਂ ਦਾ ਜਿਹੜਾ 2 ਰੁਪਏ ਕਿਲੋ ਵਾਲਾ ਨਾ ਜੀ, ਕਿਤੇ ਟਰੱਕ ਦੇ ਵਿੱਚ ਬਣ ਰਹੇ ਸੀਗੇ, ਉਹਦੇ ਵਿੱਚੋਂ ਲਾ ਕੇ ਨਾ ਜੀ ਇੱਕ ਲੋਹੇ ਦੀ, ਉਹਦੇ ਵਿੱਚੋਂ ਕੱਢ ਰਹੇ ਸੀ ਦਾਣੇ ਜੀ। ਠੀਕ ਹੈ ਜੀ। ਹੁਣ ਤੁਸੀਂ ਆਪ ਦੇਖੋ, ਮੰਨ ਲਓ ਜੇ ਇਹਦੀ 50 ਕਿਲੋ ਦੀ ਭਰਤੀ ਹੈ, ਉਹਦੇ ਵਿੱਚੋਂ 5-5 ਕਿਲੋ ਵੀ ਕੱਢ ਲਿਆ, 45 ਕਿਲੋ ਰਹਿ ਗਿਆ ਜੀ। ਜਦੋਂ ਮਿਲਦਾ ਜੀ ਉਹ ਜਾ ਕੇ, ਜਦੋਂ ਐਂਡ ਆਫ ਦਾ ਡੇ ਜਦੋਂ ਉਹ ਲੋਕਾਂ ਕੋਲੇ ਜਾਂਦਾ ਜੀ, ਉਹ 45 ਕਿਲੋ ਦੀ ਭਰਤੀ 30 ਕਿਲੋ ਰਹਿ ਜਾਂਦੀ ਜੀ। ਸੋ ਵੱਡੇ ਲੈਵਲ ਤੇ ਕਪੜਾ ਹੋ ਰਿਹਾ ਜੀ। ਜਦੋਂ 2017 ਦੀ ਇਲੈਕਸ਼ਨ ਸੀ, ਆਦੇਸ਼ ਪ੍ਰਤਾਪ ਕੈਰੋਂ ਫੂਡ ਸਪਲਾਈ ਮੰਤਰੀ ਸੀ ਪੰਜਾਬ ਦੇ ਜੀ, ਅਸੀਂ ਉਹ ਖੇਤੀ ਮੰਤਰੀ ਸੀ ਸੌਰੀ ਜੀ, ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਜਿਹੜੀ 12,000 ਕਰੋੜ ਗਰੀਬ ਲੋਕਾਂ ਦੀ ਕਣਕ ਦਾ ਘਪਲਾ ਕੀਤਾ, ਉਹਦਾ ਹਿਸਾਬ ਕਿਤਾਬ ਦਿਓ। ਤੇ ਉਦੋਂ ਅਕਾਲੀ ਦਲ ਵਾਲੇ ਕਹਿੰਦੇ ਸੀ ਨਹੀਂ ਜੀ ਨਹੀਂ, ਇਹ ਨਾ ਅਣਜਾਣ ਨੇ ਜੀ, ਇਹਨਾਂ ਨੂੰ ਕੀ ਪਤਾ ਰਾਜਨੀਤੀ ਦਾ ਜੀ, ਇਹਨਾਂ ਨੂੰ ਕੀ ਪਤਾ ਜੀ ਰਾਜਨੀਤੀ ਕੀ ਹੁੰਦੀ ਹੈ ਜੀ। ਸੋ ਹੁਣ ਉਹ ਗੱਲਾਂ ਸਾਰੀਆਂ ਸੱਚੀਆਂ ਹੋ ਰਹੀਆਂ ਨੇ। ਜਾਣੀ ਕਿ ਅਕਾਲੀ ਕਾਂਗਰਸ ਲਗਾਤਾਰ ਰਾਜ ਕਰਦੇ ਆ ਰਹੇ ਆ, ਔਰ ਇਹਨਾਂ ਲੋਕਾਂ ਨੇ ਹੁਣ ਤੱਕ ਨਾ ਗਰੀਬ ਦਾ ਭਲਾ ਕੀਤਾ, ਨਾ ਕਿਸਾਨ ਦਾ ਭਲਾ ਕੀਤਾ, ਨਾ ਵਪਾਰੀ ਦਾ ਭਲਾ ਕੀਤਾ, ਨਾ ਨੌਜਵਾਨ ਦਾ ਭਲਾ ਕੀਤਾ, ਨਾ ਚੰਗੀਆਂ ਸੜਕਾਂ, ਸੜਕਾਂ ਦੇ ਦਰਖਤ ਸੁੱਕੇ ਪਏ ਨੇ ਜੀ, ਦਰਖਤ ਡਿੱਗ ਕੇ ਜਾਨਵਰ ਮਰ ਰਹੇ ਆ, ਬੰਦੇ ਮਰ ਰਹੇ ਆ। ਠੀਕ ਹੈ ਜੀ। ਉਹਦਾ ਕੋਈ ਇਹਨਾਂ ਕੋਲੇ ਰੋਡ ਮੈਪ ਹੈ ਨਹੀਂ। ਜੰਗਲਾਤ ਵਿਭਾਗ ਦੇ ਮੰਤਰੀ ਨੇ ਸਾਧੂ ਧਰਮਸੋਤ ਜੀ। ਔਰ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਜੀ, ਉਹਨਾਂ ਦਾ ਬੁਰਾ ਹਾਲ ਹੋ ਰਿਹਾ ਮੰਡੀਆਂ ਦੇ ਵਿੱਚ। ਆੜਤੀ ਭਰਾ ਸਾਰੇ ਦੁਖੀ ਨੇ ਜੀ, ਅੰਦਰੋਂ ਗਾਲਾਂ ਕੱਢਦੇ ਨੇ ਪੰਜਾਬ ਸਰਕਾਰ ਨੂੰ। ਔਰ ਮਾਰਕਫੈਡ ਪੈਸੇ ਨਹੀਂ ਜੀ ਦੇ ਰਹੀ, ਡੀਜ਼ਲ ਮਹਿੰਗਾ ਹੋ ਗਿਆ, ਪੈਟਰੋਲ ਮਹਿੰਗਾ ਹੋ ਗਿਆ। ਸੋ ਕੀ ਦੱਸੀਏ ਜੀ, ਸਾਰਾ ਸਿਸਟਮ ਖਰਾਬ ਹੈ। ਆਮ ਆਦਮੀ ਪਾਰਟੀ ਜਦੋਂ ਸਰਕਾਰ ਆਊਗੀ, ਅਸੀਂ ਇੱਕ ਚੀਜ਼ ਮੈਨੇਜ ਕਰਕੇ, ਔਰ ਕਿਸਾਨ ਭਰਾਵਾਂ ਦੀ ਸਲਾਹ ਨਾਲ, ਵਪਾਰੀ ਭਰਾਵਾਂ ਦੀ ਸਲਾਹ ਨਾਲ, ਨੌਜਵਾਨਾਂ ਦੀ ਸਲਾਹ ਨਾਲ, ਗਰੀਬ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਗਰੀਬੀ ਜਿਹੜੀ ਹੈ ਪੰਜਾਬ ਦੇ ਵਿੱਚੋਂ ਕੱਢ ਕੇ ਪੰਜਾਬ ਨੂੰ ਪੰਜਾਬ ਬਣਾਵਾਂਗੇ, ਔਰ ਇੱਕ ਅੱਛੀ ਸਟੇਟ ਅਸੀਂ ਬਣਾਵਾਂਗੇ। ਮਾਨ ਸਾਹਿਬ, ਜਿਹੜੇ ਬੇਰੁਜ਼ਗਾਰੀ ਦਾ ਮੇਨ ਮੁੱਦਾ ਆਪਣਾ ਪੰਜਾਬ ਦਾ, ਉਹਦੇ ਬਾਰੇ ਨੌਜਵਾਨਾਂ ਵਾਸਤੇ ਕਿਹੋ ਜਿਹੇ ਉਪਰਾਲੇ ਕਰੋਗੇ ਤੁਸੀਂ? ਦੇਖੋ ਸਰ, ਮੈਂ ਇੱਕ ਨਾਰਮਲ ਜੀ ਗੱਲ ਕਰਦਾ ਜੀ। ਇੱਕ ਕਿਸਾਨ ਗਾਜਰ ਬੀਜਦਾ ਜੀ ਆਪਣੇ ਖੇਤ 'ਚ, ਇੱਕ ਕਿਸਾਨ ਗੋਭੀ ਬੀਜਦਾ ਜੀ, ਇੱਕ ਕਿਸਾਨ ਮੂਲੀ ਬੀਜਦਾ ਜੀ। ਕੋਈ ਮੇਰੇ ਜਾਣਕਾਰ ਨੇ ਛਿੰਟਾਂ ਵਾਲਾ ਪਿੰਡ ਇੱਥੇ ਨਾਭਾ ਵਿਧਾਨ ਸਭਾ 'ਚ, ਉਹਨਾਂ ਨੇ 1 ਕਿੱਲਾ ਮੂਲੀ ਲਾਈ ਹੈ ਜੀ। ਉਹ ਮੂਲੀ ਦਾ ਰੇਟ ਹੀ ਹੈ ਨਹੀਂ ਬਾਜ਼ਾਰ ਦੇ ਵਿੱਚ ਜੀ। ਉਹ ਉਹਨੇ ਖੜੀ ਸਾਰੀ ਪੱਕ ਗਈ ਜੀ ਉਹ ਮੂਲੀ 1 ਕਿੱਲੇ ਦੇ ਵਿੱਚ, ਕਿਉਂਕਿ ਸਰਕਾਰ ਵੱਲੋਂ ਕੁਝ ਹੈ ਹੀ ਨਹੀਂ ਜੀ ਉਹ ਸਿਸਟਮ। ਜਿਹੜੀ ਗਾਜਰ ਅਸੀਂ 2 ਰੁਪਏ ਕਿਲੋ 1 ਰੁਪਏ ਕਿਲੋ ਵੇਚਣ ਨੂੰ ਤਰਸਦੇ ਹਾਂ। ਅਗਰ ਕਿਤੇ ਸੈਂਟਰ ਗਵਰਨਮੈਂਟ ਦਾ, ਪੰਜਾਬ ਗਵਰਨਮੈਂਟ ਦਾ ਦਿਲ ਸਾਫ਼ ਹੋਵੇ, ਮਨ ਸਾਫ਼ ਹੋਵੇ, ਨੀਅਤ ਸਾਫ਼ ਹੋਵੇ, ਇਹ ਰੋਡ ਮੈਪ ਤਿਆਰ ਕਰਕੇ ਇੱਥੇ ਇੰਡਸਟਰੀ ਲਾਉਣ ਜੀ।
ਫੂਡ ਏਡੀ ਵੱਡੀ ਹੱਬ ਹੈ ਪੰਜਾਬ, ਇੱਥੇ ਇੰਨਾ ਅਨਾਜ ਪੈਦਾ ਹੁੰਦਾ, ਠੀਕ ਹੈ ਜੀ। ਇੱਥੋਂ ਸਿੱਧਾ ਜਿਹੜਾ ਜੀ ਐਕਸਪੋਰਟ ਹੋਵੇ ਅਨਾਜ, ਬਾਹਰਲੇ ਮੁਲਕਾਂ ਨੂੰ ਵੀ ਐਕਸਪੋਰਟ ਹੋਵੇ, ਚੌਲ ਇੱਥੋਂ ਐਕਸਪੋਰਟ ਹੋਵੇ, ਕਣਕ ਐਕਸਪੋਰਟ ਹੋਵੇ, ਔਰ ਜਿਹੜੀ ਗਾਜਰ 1 ਰੁਪਏ 2 ਰੁਪਏ ਨੇ ਕਿਲੋ ਖਰੀਦਦਾ, ਉਹਦਾ ਜੂਸ ਕੱਢ ਕੇ ਇੰਟਰਨੈਸ਼ਨਲ ਲੈਵਲ ਤੇ ਇੱਕ ਬ੍ਰਾਂਡ ਬਣਾ ਕੇ ਉਹ ਹਿੰਦੁਸਤਾਨ ਦੀ ਇਕਨੋਮੀ ਨੂੰ ਸਟਰੋਂਗ ਕੀਤਾ ਜਾ ਸਕਦਾ। ਇਹਦਾ ਇੱਕ ਉਦਾਹਰਨ ਹੈ ਜੀ। ਸੋ ਇਹ ਚੀਜ਼ਾਂ ਕਰਨ ਦੀ ਲੋੜ ਹੈ ਜੀ, ਔਰ ਕਿਸਾਨ ਨੂੰ ਦੱਸਣ ਦੀ ਲੋੜ ਹੈ ਕਿ ਕਿਹੜੀ ਫਸਲ ਦਾ ਤੁਸੀਂ ਕਿੰਨੀ ਮਾਤਰਾ ਤੱਕ ਜਾਓਗੇ ਤੁਹਾਨੂੰ ਇੰਨਾ ਫਾਇਦਾ ਹੋਣਾ, ਜਿਸ ਤੋਂ ਉੱਪਰ ਜਾਓਗੇ ਤਾਂ ਫਿਰ ਇਹਦਾ ਪ੍ਰਾਈਸ ਗਿਰ ਜਾਣਾ। ਇਹਦਾ ਮਤਲਬ ਤੁਸੀਂ ਕਿਸੇ ਹੋਰ ਫਸਲ ਦਾ ਬਦਲ ਕਰੋ। ਸੋ ਬੜੀਆਂ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਸਰਕਾਰ ਨੂੰ ਦੱਸਣੀਆਂ ਬਣਦੀਆਂ ਨੇ। ਪਰ ਇਰੀਗੇਸ਼ਨ ਡਿਪਾਰਟਮੈਂਟ ਕੋਲੇ ਜੀ ਪੰਜਾਬ ਦੀ ਸਾਰੀ ਜ਼ਮੀਨ ਦਾ ਰਿਕਾਰਡ ਆ ਕਿ ਕਿੰਨੀ ਕਣਕ ਹੈ, ਕਿੰਨੀ ਮੱਕੀ ਹੈ, ਕਿੰਨੇ ਚੌਲ ਨੇ, ਕਿੰਨੀ ਇੱਥੇ ਕਿਹੜੀ ਫਸਲ ਹੁੰਦੀ ਹੈ ਜੀ। ਪਰ ਉਹ ਪਬਲਿਕਲੀ ਕਦੇ ਉਹਨਾਂ ਨੇ ਨੋਟਿਸ ਬੋਰਡ ਤੇ ਜਾਂ ਅਖਬਾਰ ਦੇ ਵਿੱਚ ਜਾਂ ਕਿਤੇ ਮੀਡੀਆ ਦੇ ਮੇਰੇ ਸਾਹਮਣੇ ਰਿਪੋਰਟ ਪੇਸ਼ ਨਹੀਂ ਕਰਦੇ ਕਿ ਟਮਾਟਰ ਕਿੰਨੇ ਲਾਓ ਤੁਸੀਂ, ਆਲੂ ਕਿੰਨੇ ਲਾਓ। ਐਤਕੀ ਆਲੂਆਂ ਦਾ ਰੇਟ ਵਧੀਆ ਮਿਲ ਗਿਆ, ਅਗਲੇ ਸਾਲ ਚੱਲ ਸਾਰੇ ਆਲੂ ਜੀ। ਉਹ ਅਗਲੀ ਵਾਰੀ ਕਿਸੇ ਨੇ ਪੁੱਛਣਾ, ਫਿਰ ਆਪਾਂ ਸੜਕਾਂ 'ਤੇ ਛੱਡਦੇ ਫਿਰਾਂਗੇ ਜੀ ਵੀ ਸਰਕਾਰ ਖਰੀਦਦੀ ਨਹੀਂ ਜੀ। ਕਿਉਂ? ਕਿਉਂਕਿ ਅਸੀਂ ਮਤਲਬ ਦੇਖੋ ਦੇਖੀ ਚੱਲਦੇ ਹਾਂ ਜੀ। ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨ ਨੂੰ ਉਹਦੀ ਫਸਲ ਦਾ ਪ੍ਰੋਪਰ ਰੇਟ ਮਿਲੇ, ਉਹਦੀ ਜਾਣਕਾਰੀ ਦਿਓ, ਉਹਨਾਂ ਨੂੰ ਦੱਸੋ ਕਿ ਜੀ ਇਸ ਤੋਂ ਵੱਧ ਜੇ ਤੁਸੀਂ ਰਕਬਾ ਲਾਓਗੇ ਇਹਦਾ ਨੁਕਸਾਨ ਹੋਣਾ, ਤੁਹਾਨੂੰ ਉਹਦਾ ਪ੍ਰੋਪਰ ਰੇਟ ਨਹੀਂ ਮਿਲਣਾ। ਸੋ ਅਸੀਂ ਇਹ ਸਾਰਾ ਸਿਸਟਮ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਇੱਕ ਖੇਤੀਬਾੜੀ ਦਾ ਇੱਕ ਸਿਸਟਮ ਬਣਾਵਾਂਗੇ ਜਿੱਥੇ 2 ਖੇਤੀ ਦੇ ਮਾਹਰ ਬੈਠੇ ਹੋਣਗੇ, ਖੇਤੀ ਦਾ ਨਿਰੀਖਣ ਕਰਨਗੇ, ਖੇਤੀ ਦੀ ਪਰਖ ਮਿੱਟੀ ਦੀ ਪਰਖ ਕਰਕੇ ਤੁਹਾਨੂੰ ਦੱਸਣਗੇ ਕਿ ਤੁਹਾਡੀ ਜ਼ਮੀਨ ਜਿਹੜੀ ਇਹਦੇ ਵਿੱਚ ਕਿਹੜਾ ਤੱਤ ਵੱਧ ਹੈ, ਕਿਹੜਾ ਘੱਟ ਹੈ, ਤੁਹਾਨੂੰ ਕਿਹੜੀ ਫਸਲ ਲਈ ਇਹ ਮਿੱਟੀ ਤੁਹਾਡੀ ਵੈਲਿਡ ਹੈ, ਕਿ ਕਿਹੜੀ ਫਸਲ ਤੁਸੀਂ ਲਾਓ ਇਹਦੇ ਵਿੱਚ ਆਹ ਫਸਲ ਜ਼ਿਆਦਾ ਬੈਟਰ ਹੋਊਗੀ। ਸੋ ਆਪਾਂ ਤਾਂ ਅੱਟੇ ਸੱਟੇ ਨਾਲ ਪੰਜਾਬ ਚੱਲ ਰਿਹਾ ਜੀ। ਕਿਸਾਨ ਦਿਨੋਂ ਦਿਨ ਕਰਜ਼ਾਈ ਹੋ ਰਿਹਾ, ਦੁਕਾਨਦਾਰ ਭਰਾ ਵੀ ਹੁਣ ਜਿਵੇਂ ਲਿਮਟਾਂ ਬਣੀਆਂ ਹੋਈਆਂ ਨੇ ਜੀ ਉਹ ਵੀ ਦੁਖੀ ਨੇ, ਜਿਹੜੇ ਛੋਟੇ ਵਪਾਰੀ ਨੇ ਉਹ ਵੀ ਦੁਖੀ ਨੇ, ਵੱਡੇ ਵਪਾਰੀ ਵੀ ਦੁਖੀ ਨੇ, ਮੱਧ ਵਰਗ ਦੁਖੀ ਹੈ ਜੀ। ਸਰਕਾਰੀ ਮੁਲਾਜ਼ਮਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ, ਜਿਹੜੇ ਰਿਟਾਇਰ ਨੇ ਉਹਨਾਂ ਨੂੰ ਪੈਨਸ਼ਨਾਂ ਨਹੀਂ ਮਿਲ ਰਹੀਆਂ ਜੀ। ਜਿਹੜੇ ਜੌਬ ਕਰਦੇ ਆ ਉਹਨਾਂ ਨੂੰ 30% ਕੱਟ ਕੇ ਮਿਲ ਰਹੀਆਂ ਨੇ ਜੀ, ਉਹਨਾਂ ਦੀਆਂ ਹੁਣ ਤਨਖਾਹਾਂ ਜਿਹੜੀਆਂ ਰੁਕੀਆਂ ਪਈਆਂ ਨੇ ਜੀ। ਸੋ ਕਹਿਣ ਦਾ ਭਾਵ ਇਹ ਹੈ ਕਿ ਸਰਕਾਰ ਦਾ ਸਿਸਟਮ ਜਿਹੜਾ ਜੀ, ਕਰੋਨਾ ਤਾਂ ਹੁਣ ਆਇਆ ਜੀ 2 ਮਹੀਨੇ ਤੋਂ, ਮੈਂ ਇੱਕ ਵੈਸੇ ਗੱਲ ਕਰਦਾ ਤੁਹਾਡੇ ਮੀਡੀਆ ਦੇ ਜ਼ਰੀਏ ਕਿ ਕਰੋਨਾ ਤਾਂ ਹੁਣ ਆਇਆ ਜੀ, ਇਸ ਤੋਂ ਪਹਿਲਾਂ ਤਾਂ ਨਹੀਂ ਕਰੋਨਾ ਸੀ। ਪਹਿਲਾਂ ਵੀ ਇਹੀ ਹਾਲ ਸੀਗਾ ਜੀ, ਪਹਿਲਾਂ ਵੀ ਮੰਡੀਆਂ ਦਾ ਇਹੀ ਹਾਲ ਸੀ, ਪਹਿਲਾਂ ਵੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਸੀ ਮਿਲਦੀਆਂ, ਪਹਿਲਾਂ ਵੀ ਗਰੀਬ ਨੂੰ ਕਣਕ ਨਹੀਂ ਸੀ ਪ੍ਰੋਪਰ ਮਿਲਦੀ, ਪਹਿਲਾਂ ਵੀ ਗਰੀਬ ਨੂੰ ਪੈਨਸ਼ਨ ਨਹੀਂ ਸੀ ਮਿਲਦੀ ਜੀ। ਜਿਹੜੀ ਕੈਪਟਨ ਸਾਹਿਬ ਕਹਿੰਦੇ ਸੀ ਨਾ 2500 ਪੈਨਸ਼ਨ ਦੇਵਾਂਗੇ, ਉਹ ਪੈਨਸ਼ਨ ਇਹਨਾਂ ਨੇ ਬਾਦਲ ਸਾਹਿਬ ਨੇ 250 ਕੀਤੀ ਸੀ, ਜਾਣ ਲੱਗਿਆ 500 ਕਰ ਗਏ। ਕੈਪਟਨ ਸਾਹਿਬ ਨੇ ਸਹੁੰ ਚੱਕ ਕੇ ਕਿਹਾ ਕਿ ਮੈਂ ਗਰੀਬਾਂ ਨੂੰ 2500 ਪੈਨਸ਼ਨ ਦਊਂਗਾ ਜੀ। ਇਹਨਾਂ ਨੇ ਆ ਕੇ ਜੀ ਉਹ 250 ਹੋਰ ਵਧਾ ਕੇ 750 ਕਰਤੀ ਜੀ। ਤੇ ਇੱਥੋਂ ਦਾ ਮੰਤਰੀ ਹੈ ਜੀ ਸਾਧੂ ਧਰਮਸੋਤ, ਉਹ ਕਹਿੰਦਾ ਫਿਰਦਾ ਜੀ, ਕਹਿੰਦਾ ਅਸੀਂ ਤਿੱਗਣੀ ਕਰਤੀ। ਉਹਨਾਂ ਨੂੰ ਪਤਾ ਹੀ ਨਹੀਂ, ਕਿਉਂਕਿ ਇਹ ਅਨਪੜ੍ਹ ਲੋਕ ਨੇ ਜਿਨ੍ਹਾਂ ਕੋਲੇ ਕੈਲਕੂਲੇਸ਼ਨ ਨਹੀਂ, ਇਹਨਾਂ ਕੋਲੇ ਕੋਈ ਮਤਲਬ ਹੈ ਹੀ ਨਹੀਂ ਕਿ ਜੇ ਮੈਂ ਝੂਠ ਬੋਲੂੰਗਾ ਮੈਨੂੰ ਲੋਕ ਗਾਲਾਂ ਕੱਢਣਗੇ, ਮੈਨੂੰ ਲੋਕ ਮਾੜਾ ਚੰਗਾ ਕਹਿਣਗੇ। ਇਹਨਾਂ ਦੀ ਹੈ ਹੀ ਨਹੀਂ ਜੀ ਕੋਈ ਸਿਸਟਮ। ਉਹ ਇੱਕ ਕਹਾਵਤ ਹੈ ਨਾ ਕਿ ਬੇਸ਼ਰਮਾਂ ਦੀ ਡੁੱਲੀ ਦਾਲ ਕਹਿੰਦੇ ਇਸ ਦਾ ਡੁੱਲੀ ਖਾਂਦੇ ਆ ਜੀ, ਉਹ ਕੰਮ ਇਹਨਾਂ ਦਾ ਜੀ। ਇਹਨਾਂ ਦੇ ਮੰਤਰੀ ਵੀ ਐਸੇ ਨੇ, ਇਹਨਾਂ ਦਾ ਮੁੱਖ ਮੰਤਰੀ ਵੀ ਐਸਾ ਜੀ, ਕੋਈ ਜਵਾਬਦੇਹੀ ਨਹੀਂ ਜੀ, ਊਟ ਪਟਾਂਗ ਬਿਆਨ ਨੇ ਜੀ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਠੀਕ ਹੈ ਨਾ ਜੀ। ਸੋ ਕੁੱਲ ਮਿਲਾ ਕੇ ਪੰਜਾਬ ਦੇ ਹਾਲਾਤ ਬਹੁਤ ਦਰਦਨਾਕ ਨੇ, ਭਿਆਨਕ ਨੇ। ਪੰਜਾਬ ਦਾ ਪੰਜਾਬੀ 120 ਮੁਲਕਾਂ ਦੇ ਵਿੱਚ ਜਾ ਕੇ ਕਰੋੜਪਤੀ ਬਣ ਗਿਆ, ਮਿਲੀਅਨਰ ਬਣ ਗਿਆ, ਆਪਣੇ ਕਾਰੋਬਾਰ ਸਥਾਪਿਤ ਕਰ ਲਏ। ਗੋਰੇ ਉੱਥੇ ਉਹਨਾਂ ਦੇ ਕੋਲੇ ਨੌਕਰੀਆਂ ਕਰਦੇ ਨੇ, ਪਰ ਉਹੀ ਪੰਜਾਬੀ ਜਿਸ ਮਿੱਟੀ ਦੇ ਵਿੱਚ ਪੈਦਾ ਹੋਇਆ, ਇੱਥੇ ਉਹਨਾਂ ਦਾ ਪਿਛਲਾ ਪਰਿਵਾਰ ਜਾਂ ਜਿਹੜੇ ਪੰਜਾਬੀ ਇੱਥੇ ਰਹਿੰਦੇ ਨੇ ਉਹ ਫੇਲ ਹੋ ਗਿਆ, ਉਹਨਾਂ ਕੋਲੇ ਕੋਈ ਕਾਰੋਬਾਰ ਹੈ ਨਹੀਂ। ਉਹ ਅੱਜ ਸਰਕਾਰਾਂ ਨੇ ਇੰਨਾ ਕੁ ਲਟਾੜਤਾ ਉਹਨਾਂ ਨੂੰ, ਉਹ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਆ। ਅਸੀਂ ਆਰਥਿਕ ਤੌਰ ਤੇ ਘਿਰ ਗਏ ਹਾਂ, ਅਸੀਂ ਮਾਨਸਿਕ ਤੌਰ ਤੇ ਘਿਰ ਗਏ ਹਾਂ, ਅਸੀਂ ਰਾਜਨੀਤਿਕ ਤੌਰ ਤੇ ਘਿਰ ਗਏ ਹਾਂ, ਅਸੀਂ ਵਾਤਾਵਰਣ ਦੇ ਤੌਰ ਤੇ ਘਿਰ ਗਏ ਹਾਂ। ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡਾ ਕਸੂਰ ਕੀ ਹੈ, ਇਹ ਵਾਤਾਵਰਣ ਦੇ ਵਿੱਚ ਕਿਉਂ ਇੰਨਾ ਉਹ ਆ ਗਿਆ, ਪ੍ਰਦੂਸ਼ਣ ਕਿਵੇਂ ਆ ਗਿਆ, ਇਹ ਸੜਕਾਂ ਦੀ ਮਾੜੀ ਕੰਡੀਸ਼ਨ ਕਿਉਂ ਹੋ ਗਈ, ਰਾਜਨੀਤਿਕ ਤੌਰ ਤੇ ਚੰਗੇ ਲੀਡਰ ਕਿਉਂ ਨਹੀਂ ਪੈਦੇ ਹੋਏ ਪੰਜਾਬ 'ਚ, ਕਿਉਂਕਿ ਪੁਰਾਣੇ ਚੱਲੇ ਆ ਰਹੇ ਜੀ ਰਵਾਇਤੀ। ਇਹਨਾਂ ਨੂੰ ਐ ਹੁੰਦਾ ਵੀ ਜਿਵੇਂ ਜਿਵੇਂ ਉਮਰ ਵੱਧਦੀ ਹੈ ਵੀ ਲੀਡਰ ਹੋਰ ਚਮਕਦਾ ਜਾਂਦਾ ਜੀ। ਲੀਡਰ ਤਾਂ ਉਹ ਹੈ ਜਿਹੜਾ ਲੋਕਾਂ ਦੇ ਕੰਮ ਕਰੇ। ਆਮ ਆਦਮੀ ਪਾਰਟੀ ਲੋਕਾਂ ਦੇ ਕੰਮ ਕਰੂਗੀ, ਲੋਕਾਂ ਦੀ ਸਰਕਾਰ ਆ, ਜਿਹਨੂੰ ਮਾਸ ਲੀਡਰ ਕਹਿੰਦੇ ਨੇ, ਜਿਹੜੇ ਲੋਕਾਂ ਦੀ ਆਵਾਜ਼। ਆਮ ਆਦਮੀ ਪਾਰਟੀ ਉਹ ਕੰਮ ਕਰ ਰਹੀ ਹੈ, ਔਰ 2022 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ। ਮੋਗਾ ਸਾਹਿਬ ਕੀ ਕਰਨਾ ਹੈ, ਜਿਹੜੀ ਵੀ ਮੰਡੀ 'ਚ ਕਣਕ ਇੰਨੀ ਪਈ ਹੈ, ਖਰਾਬ ਹੋ ਰਹੀ ਹੈ, ਇਹਦਾ ਕੀ ਕਰਨਾ ਵੀ ਲਿਫਟਿੰਗ ਕਿਉਂ ਨਹੀਂ ਹੋਈ? ਇਹ ਕਣਕ ਜਿਹੜੀ ਖਰਾਬ ਨਹੀਂ ਹੋ ਰਹੀ, ਇਹ ਸਰਕਾਰ ਨੇ ਆਪਣੇ ਫਾਇਦੇ ਵਾਸਤੇ ਰੱਖੀ ਹੋਈ ਹੈ, ਕਿਉਂਕਿ ਇਹ ਸਿੱਧੀ ਸਪੈਸ਼ਲ ਦੇ ਵਿੱਚ ਜਾਣੀ ਹੈ। ਜੇ ਪਹਿਲਾਂ ਗਰਾਮਾਂ ਦੇ ਵਿੱਚ ਜਾਊਗੀ ਤਾਂ ਸਰਕਾਰ ਦੇ ਖਰਚਾ ਪਊਗਾ। ਉਹ ਖਰਚੇ ਨੂੰ ਬਚਾਉਣ ਦੇ ਵਾਸਤੇ ਸਰਕਾਰ ਦੇ ਇੰਸਪੈਕਟਰਾਂ ਨੇ ਐਫਸੀ ਨੂੰ ਡਿਲੀਵਰੀ ਦੇਣੀ ਹੈ, ਤੇ ਤਾਂ ਕਿ ਸਰਕਾਰ ਦਾ ਖਰਚਾ ਬਚ ਸਕੇ, ਤਾਂ ਕਿ ਸਿੱਧੀ ਸਪੈਸ਼ਲ ਜਾ ਕੇ ਦੂਜੀ ਸਟੇਟਾਂ ਜਾਵੇ। ਇਹ ਤਾਂ ਮੀਂਹ 'ਚ ਭਿੱਜਣ ਕਰਕੇ ਹੁਣੀ ਇਹਦਾ ਬੁਰਾ ਹਾਲ ਹੋ ਚੁੱਕਿਆ, ਫਿਰ ਇਹਦੀ ਸਪੈਸ਼ਲ ਲਵਾ ਕੇ ਕੀ ਕਰੋਗੇ ਜੇ ਤਾਂ ਕਿਸੇ ਕੰਮ ਦੀ ਰਹਿਣੀ ਹੋਣੀ? ਨਹੀਂ, ਮੈਂ ਕੋਈ ਖਰਾਬ ਨਹੀਂ ਹੋਈ ਕਣਕ। ਦੇਖੋ ਤੁਸੀਂ, ਸੋਨੇ ਵਰਗੀ ਕਣਕ ਪਈ ਹੈ, ਸਾਰੇ ਉੱਪਰ ਕਵਰ ਪਾਏ ਪਏ ਨੇ, ਛੱਡਾਂ ਥੱਲੇ ਪਈ ਹੈ। ਕੁਛ ਕਣਕ ਬਾਹਰ ਪਈ ਹੈ ਸਾਈਡਾਂ ਤੋਂ ਜੀ? ਕੋਈ ਬਾਹਰ ਨਹੀਂ, ਉਹਦੇ ਉੱਪਰ ਕਿਤੇ ਉਦੋਂ ਕਵਰ ਪਾਏ ਹੋਏ ਨੇ। ਨਹੀਂ, ਉਹ ਕਵਰਿੰਗ ਕੀਤੀ ਗਈ ਹੈ ਜੀ, ਉਹਦੇ ਵਿੱਚ ਕੁਝ ਸਾਈਡਾਂ ਦੇ ਜਿਹੜੇ ਨੰਗੀ ਕਣਕ ਦਿਖਾਈ ਗਈ ਹੈ, ਦੋ ਕਵਰ ਪਾਏ ਪਏ ਨੇ, ਬਸ ਧੁੱਪ ਲਵਾਉਣ ਵਾਸਤੇ
ਮੈਂ ਅੱਜ ਉਹਨਾਂ ਨੇ ਕਵਰ ਖੋਲ੍ਹਤਾ ਹੋਊਗਾ, ਨਹੀਂ ਹਰ ਆੜ੍ਹਤੀ ਕੋਲ 20-30 ਕਵਰ ਹੈਗੇ, ਉਹ ਜਿਹੜੇ ਚੱਕੇ ਦੇ ਪਾ ਦਿੰਦੇ ਨੇ। ਕਿੰਨੀ ਕਣਕ ਆਈ ਸੀ ਜੀ, ਕਿੰਨੀ ਚੱਕੀ ਗਈ, ਕਿੰਨੀ ਰਹਿ ਗਈ? ਹੁਣ ਮੇਰੇ ਖਿਆਲ ਸੇ 10 ਲੱਖ ਬੋਰੀ ਆਈ ਸੀਗੀ ਮੰਡੀ ਦੇ ਵਿੱਚ, ਇਹਦੇ ਵਿੱਚ ਹੁਣ ਲੱਗਦਾ 50-60 ਹਜ਼ਾਰ ਬੋਰੀ ਰਹਿ ਗਈ। ਇੱਕ ਸਪੈਸ਼ਲ ਦਾ ਮਾਲ ਹੈ, ਇੱਕ ਸਪੈਸ਼ਲ 50-60 ਹਜ਼ਾਰ ਬੋਰੀ ਜਾਂਦੀ ਆ। ਉਹ ਅੱਜ ਸਪੈਸ਼ਲ ਲੱਗ ਜਾਏਗਾ, ਕੱਲ੍ਹ ਸਪੈਸ਼ਲ ਲੱਗ ਜਾਣੀ ਹੈ, ਨਾ ਸਾਰੀ ਨਾਲ ਡਿਸਪੈਚ ਹੋ ਜਾਣੀ। ਕਿੰਨੀਆਂ ਏਜੰਸੀਆਂ ਸੀ ਕਿਉਂ ਰਹੀ ਜੀ? ਉਹ 4 ਏਜੰਸੀਆਂ ਸੀਗੀ। ਅੱਛਾ, ਕਿਹੜੀ ਏਜੰਸੀ ਦੀ ਕਣਕ ਰਹਿ ਗਈ? ਇਹ ਸਾਰੀ ਏਜੰਸੀਆਂ ਥੋੜ੍ਹੀ ਪਈ ਹੈ, ਸਾਰੀ ਏਜੰਸੀਆਂ ਦੀ ਡਿਸਪੈਚ ਹੋਊਗੀ। ਨਾਭਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਗੁਰਦੇਵ ਸਿੰਘ ਮਾਨ ਵੱਲੋਂ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਹੈ। ਉਹਨਾਂ ਨੇ ਦੇਖਿਆ ਵੀ ਇਹ ਲਿਫਟਿੰਗ ਹੋਣ ਤੋਂ ਬਹੁਤ ਕਣਕ ਅਜੇ ਬਾਕੀ ਪਈ ਹੈ, ਜਿਹੜਾ ਮੀਂਹ ਥੱਲੇ ਬੁਰਾ ਹਾਲ ਹੋ ਗਿਆ ਹੈ। ਉਹਨਾਂ ਨੇ ਦੱਸਿਆ ਵੀ ਇਹੀ ਕਣਕ ਜਿਹੜੀ ਗਰੀਬਾਂ ਵਿੱਚ ਵੰਡੀ ਜਾਣੀ ਹੈ, ਜਿਹੜੀ ਕਿ ਡੰਗਰਾਂ ਦੇ ਖਾਣ ਦੇ ਕਾਬਲ ਵੀ ਨਹੀਂ ਰਹੀ। ਉਹਨਾਂ ਨੇ ਇਹਦੀ ਘੋਰ ਨਿੰਦਿਆ ਕੀਤੀ ਹੈ ਵੀ ਸਰਕਾਰਾਂ ਬਿਲਕੁਲ ਨਾਕਾਮ ਹੋ ਚੁੱਕੀਆਂ। ਉਹਨਾਂ ਦੀ ਸਰਕਾਰ ਆਉਣ ਤੇ ਕਿਸਾਨਾਂ ਨੂੰ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਵਧੀਆ ਉਪਰਾਲੇ ਕੀਤੇ ਜਾਣਗੇ ਤੇ ਰੁਜ਼ਗਾਰ ਮੁਹੱਈਆ ਕਰਵਾਏ ਜਾਣਗੇ। ਉਹਨਾਂ ਨੇ ਦਾਅਵਾ ਕੀਤਾ ਹੈ। ਨਾਭਾ ਨਿਵਾਸੀਆਂ ਨਾਲ, ਨਾਭਾ ਤੋਂ ਕਰਮਜੀਤ ਸੋਮਲ ਦੇ ਨਾਲ ਕੈਮਰਾਮੈਨ ਗੁਰਮੀਤ ਸਿੰਘ ਤੋਈ।